नमस्कार, सत श्री अकाल जी। तुसीं देख रहे हो देश तो विदेश। मैं रिकी डोगरा इस मंच के उपर हाजिर हाँ। तो इस बार फिर मेरे नाल मैडम मंजू रैफल एजुसिटी तो वीज़ा एक्सपर्ट ने, वो जुड़न जा रहे हैं। स्वागत करते हैं। सब तो पहले मैडम स्वागत है जी, बहुत बहुत धन्यवाद जी, थैंक यू मैडम। वैसे तो मैं कह सकां कि जो एक बच्चा 10वीं या 11वीं च हुंदा है ना, तो उस बच्चे के दिमाग च, उस बच्चे के परिवार के दिमाग च, जिहड़े खास करके पंजाब हरियाणा इस साइड तो बिलोंग करते हैं, उन्होंने दिमाग के गल चल रही होंदी है कि क्यों ना बच्चे नूं आपां कैनेडा, USA, आस्ट्रेलिया, न्यूजीलैंड या फिर UK वर्गी कंट्रियां च भेज के जिहड़ा जिहा ਉਹਨੂੰ ਸੈਟਲ ਕਰ ਦਈਏ। ਕਿਉਂਕਿ ਇੱਥੇ ਜਿਹੜੇ ਬੱਚੇ ਨੇ ਉਹ ਬੱਚੇ ਦੇ ਪੇਰੈਂਟਸ ਦਾ ਇਹ ਮੰਨਣਾ ਹੈ कि ਕੰਮਕਾਰ ਦੀ ਘਾਟ ਹੈ ਬੇਸਿਕਲੀ, ਔਰ ਉਹ ਕਹਿੰਦੇ ਆ ਕਿ ਇੰਨੇ ਪੈਸੇ ਜੇ ਬੱਚੇ ਦੇ ਉੱਪਰ ਇਨਵੈਸਟ ਕਰਨੇ ਆ ਇੱਥੇ, ਅਗਰ ਇੰਡੀਆ ਦੇ ਵਿੱਚ ਕੋਈ ਜਾਂ ਪੰਜਾਬ ਦੇ ਵਿੱਚ ਕੋਰਸ ਕਰਦੇ ਆ ਤਾਂ ਉਸ ਤੋਂ ਬਾਅਦ ਕੋਰਸ ਕਰਨ ਤੋਂ ਬਾਅਦ ਉਹਨਾਂ ਨੂੰ ਨੌਕਰੀ ਲੈਣ ਦੇ ਵਿੱਚ ਜਿਹੜੀ ਹੈ ਕਾਫੀ ਪ੍ਰੋਬਲਮ ਆਉਂਦੀ ਹੈ। ਅਗਰ ਨੌਕਰੀ ਮਿਲਦੀ ਵੀ ਹੈ, ਇਹ ਗੱਲ ਨਹੀਂ ਹੈ ਕਿ ਨਹੀਂ ਮਿਲਦੀ ਹੈ, ਲੇਕਿਨ ਮਿਲਦੀ ਵੀ ਹੈ ਤਾਂ ਉਸ ਲੇਬਲ ਦੀ ਨਹੀਂ ਮਿਲਦੀ, ਔਰ ਅਗਰ ਲੇਬਲ ਦੀ ਮਿਲਦੀ ਵੀ ਹੈ ਤਾਂ ਉਨੀ ਕੀ ਸੈਲਰੀ ਪੈਕੇਜ ਆਪਾਂ ਕਹਿ ਸਕਦੇ ਹਾਂ ਕਿ ਹੈ ਨਹੀਂ ਜਿੰਨਾ ਕਿ ਉਹਨਾਂ ਦੀ ਇਨਵੈਸਟਮੈਂਟ ਹੋਈ ਹੁੰਦੀ ਹੈ। ਇਸੇ ਕਰਕੇ ਜਿਹੜੇ ਲੋਕੀ ਨੇ, ਖਾਸ ਕਰਕੇ ਪੰਜਾਬ ਜਾਂ ਇਸ ਸਾਈਡ ਦੇ ਜਿਹੜੇ ਲੋਕੀ ਨੇ, ਉਹ ਆਪਣੇ ਬੱਚਿਆਂ ਨੂੰ ਅੱਜ ਦੀ ਡੇਟ 'ਚ ਸੈਟਲ ਕਰਨ ਦਾ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਕਿ ਕੈਨੇਡਾ ਵਰਗੀ ਕੰਟਰੀ 'ਚ ਸੈਟਲ ਕੀਤਾ ਜਾਵੇ। ਤਾਂ ਜੇ ਆਪਾਂ ਇੱਕ ਬੱਚੇ ਦੀ ਗੱਲ ਕਰੀਏ, 16, 17, 18 ਸਾਲ ਦੀ ਉਮਰ ਦਾ ਬੱਚਾ ਹੁੰਦਾ ਹੈ, ਉਹ ਸਟੂਡੈਂਟ ਵੀਜ਼ਾ ਦੇ ਉੱਪਰ ਕੈਨੇਡਾ ਜਾਇਆ ਜਾ ਸਕਦਾ ਹੈ। ਔਰ ਜਦੋਂ ਸਟੂਡੈਂਟ ਵੀਜ਼ਾ 'ਤੇ ਜਾਣਾ ਹੁੰਦਾ ਤਾਂ ਬੱਚਿਆਂ ਨੂੰ ਖਾਸ ਕਰਕੇ ਔਰ ਪੇਰੈਂਟਸ ਨੂੰ ਅਪੀਲ ਹੈ ਕਿ ਤੁਸੀਂ ਆਪਣੇ ਬੱਚੇ ਦੇ ਨਾਲ ਜਿਹੜਾ ਜਿਹਾ ਇੱਕ ਕੰਸਲਟੈਂਟ ਜਦੋਂ ਚੂਜ਼ ਕਰਨਾ ਹੁੰਦਾ ਤੁਸੀਂ ਨਾਲ ਜਾਇਆ ਕਰੋ। ਕਿਉਂਕਿ ਜਿਹੜਾ ਬੱਚਾ +2 ਕਰਕੇ ਨਿਕਲਦਾ ਨਾ, ਉਹਨੂੰ ਇਤਨੀ ਜਿਹੜੀ ਸਮਝ ਆਪਾਂ ਕਹਿ ਸਕਦੇ ਹਾਂ ਨਹੀਂ ਹੁੰਦੀ। ਵੈਸੇ ਤਾਂ ਦੇਖੋ, ਇਹ ਨਹੀਂ ਮੈਂ ਕਹਿ ਰਿਹਾ ਕਿ ਸਮਝ ਨਹੀਂ ਹੁੰਦੀ, ਕਿਉਂਕਿ ਕੈਨੇਡਾ ਉਹਨੇ ਇਕੱਲੇ ਨਹੀਂ ਜਾਣਾ, ਤੁਸੀਂ ਨਾਲ ਨਹੀਂ ਜਾਣਾ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਜਿਹਾ ਉਹਨੇ ਉੱਥੇ ਜਾ ਕੇ ਸਰਵਾਈਵ ਕਰਨਾ, ਤਾਂ ਬੱਚਾ ਪਹਿਲੇ ਪ੍ਰੀਪੇਅਰ ਹੁੰਦਾ ਹੈ, ਲੇਕਿਨ ਜਦੋਂ ਡਿਸੀਜਨ ਦੀ ਵਾਰੀ ਆਉਂਦੀ ਹੈ ਤਾਂ ਤੁਸੀਂ ਜਿਹੜਾ ਬੱਚੇ ਨਾਲ ਇਨਵੋਲਵ ਹੋਇਆ ਕਰੋ। ਇਸੇ ਲਈ ਆਪਾਂ ਜਿਹੜਾ ਜਿਹਾ ਰੈਫਲ ਐਜੂਸਿਟੀ ਦੇ ਸੈਮੀਨਾਰ ਜਿਹੜੇ ਕਰਨ ਜਾ ਰਹੇ ਹਾਂ, ਮੈਂ ਤੁਹਾਨੂੰ ਇੱਕ ਵਾਰ ਦੱਸ ਦੇਵਾਂ। ਵੈਸੇ ਤਾਂ ਡੇਟਸ ਆਪਾਂ ਲਿਖ ਵੀ ਦਿੱਤੀਆਂ ਨੇ ਸਕਰੀਨ ਦੇ ਉੱਪਰ, ਤੁਸੀਂ ਨੋਟ ਕਰ ਲਓ। 28 ਤਰੀਕ ਨੂੰ ਜਿਹੜਾ ਜਿਹਾ 28 ਮਾਰਚ ਨੂੰ ਅੰਮ੍ਰਿਤਸਰ ਦੇ ਵਿੱਚ ਜਿਹੜਾ ਰੈਫਲ ਐਜੂਸਿਟੀ ਦਾ ਆਫਿਸ ਹੈ, ਉੱਥੇ ਇੱਕ ਸਟੱਡੀ ਵੀਜ਼ਾ ਸੈਮੀਨਾਰ ਲਗਾਇਆ ਜਾ ਰਿਹਾ ਹੈ। ਉਸ ਤੋਂ ਬਾਅਦ 29 ਤਰੀਕ ਨੂੰ ਚੰਡੀਗੜ੍ਹ ਆਫਿਸ ਦੇ ਵਿੱਚ ਸਟੱਡੀ ਵੀਜ਼ਾ ਸੈਮੀਨਾਰ ਹੈਗਾ ਹੈ। 30 ਤਰੀਕ ਨੂੰ ਲੁਧਿਆਣਾ ਜਿਹੜਾ ਰੈਫਲ ਐਜੂਸਿਟੀ ਦਾ ਆਫਿਸ ਹੈ, ਉੱਥੇ ਵੀ ਸਟੱਡੀ ਵੀਜ਼ਾ ਸੈਮੀਨਾਰ ਹੈ। ਤੁਸੀਂ ਆਪਣੇ ਬੱਚੇ ਦੇ ਨਾਲ ਹੁਣ, ਕਿਉਂਕਿ ਪੇਪਰ ਦੇ ਕੇ ਤੁਸੀਂ ਉਹਨਾਂ ਤਰੀਕਾਂ ਤੱਕ ਫ੍ਰੀ ਹੋ ਜਾਣਾ ਹੈ, ਤੇ ਹੁਣ ਜਦੋਂ ਅਗਰ ਇਨਵਿਟੇਸ਼ਨ ਪੇਪਰ ਚੱਲ ਵੀ ਰਹੇ ਆ ਤਾਂ ਕੋਈ ਚੱਕਰ ਨਹੀਂ, ਇੱਕ ਅੱਧਾ ਦਿਨ ਤੁਸੀਂ ਆਪਣੇ ਬੱਚੇ ਦੇ ਲਈ ਕੱਢ ਹੀ ਸਕਦੇ ਹੋ। ਬੱਚੇ ਦੇ ਨਾਲ ਆ ਕੇ ਰੈਫਲ ਐਜੂਸਿਟੀ ਦੇ ਆਫਿਸ ਵਿਜ਼ਿਟ ਕਰੋ, ਔਰ ਆਪਣੇ ਬੱਚੇ ਦੇ ਭਵਿੱਖ ਨੂੰ ਬਣਾਉਣ ਦੇ ਲਈ, ਸਹੀ ਕੰਸਲਟ ਚੂਜ਼ ਕਰਨ ਦੇ ਲਈ ਰੈਫਲ ਐਜੂਸਿਟੀ ਦੇ ਆਫਿਸ ਪਹੁੰਚੋ। ਉੱਥੇ ਜਾ ਕੇ ਡਿਸਕਸ ਕਰੋ ਕਿ ਕਿਹੜੀ ਤਰੀਕੇ ਨਾਲ ਜਿਹੜਾ ਜਿਹਾ, ਕਿਹੜੇ ਕੋਰਸ ਲੈ ਕੇ ਜਾਂ ਕਿਹੜੀ ਐਜੂਕੇਸ਼ਨ ਲੈ ਕੇ ਤੁਹਾਡਾ ਬੱਚਾ ਜਿਹੜਾ ਜਿਹਾ ਕੈਨੇਡਾ ਵਰਗੀ ਕੰਟਰੀ ਸੈਟਲ ਹੋ ਸਕਦਾ ਹੈ। ਸਭ ਤੋਂ ਪਹਿਲੇ ਇੰਨੀ ਜਿਹੜੀ ਮੈਂ ਲੰਬੀ ਚੌੜੀ ਗੱਲਬਾਤ ਕੀਤੀ ਹੈ, ਉਹ ਇਸੇ ਕਰਕੇ ਕੀਤੀ ਹੈ ਕਿ ਤੁਹਾਨੂੰ ਪਤਾ ਹੋਏ ਕਿ ਤੁਹਾਡਾ ਬੱਚਾ ਕਰਦਾ ਕੀ ਹੈ, ਉੱਥੇ ਜਾ ਕੇ ਕਰੇਗਾ ਕੀ। ਮੰਜੂ ਮੈਡਮ, ਸਟੂਡੈਂਟ ਵੀਜ਼ਾ ਦੀ ਜਦੋਂ ਜਾਣਾ ਹੁੰਦਾ ਤਾਂ ਇੱਕ ਬੱਚੇ ਨੂੰ ਔਰ ਬੱਚੇ ਦੇ पेरेंट्स ਨੂੰ किन ਗੱਲਾਂ ਦਾ ਧਿਆਨ रखना चाहिए? हाँ जी, सत श्री अकाल जी। जी, जैसे रिकी जी ने बताया कि सेमिनार्स हैं हमारे एंड ऑफ मार्च 28, 29, 30 को। बेसिकली मैं इसको थोड़ा सा और डिटेल में बता देती हूँ। ये सेमिनार्स नहीं है, आप कह सकते हो कि मैं एक 1-on-1 मिलना चाहूँगी उन बच्चों को, उन पेरेंट्स को स्पेशली है। तो देखो, ओपन है, कोई भी मोस्ट वेलकम, कोई भी आ सकता है, किसी भी कैटेगरी का, जो भी आपका प्रोफाइल है, जो भी बाहर जाने के लिए किसी भी कैटेगरी, किसी भी कंट्री का कोई इंटरेस्टेड है या कोई डिस्कस करना है। पर मेजरली हो क्या रहा है कि जैसे अभी जैन इनटेक निकला या मे इनटेक निकला, तो मैं एवरी डे, जैसे अगर मेरे पास 8 वॉक इन एक ब्रांच में आ रही है, 10 लोग आ रहे हैं, तो उसमें से 7 या 8 लोग वो हैं जो रिफ्यूज़ल हैं। जैसे रिकी जी ने कहा कि एग्ज़ाम चल रहे हैं, बच्चों के एग्ज़ाम्स भी हैं, आएंगे, चलो वो तो एग्ज़ाम वाले हैं, उनके लिए अच्छा है कि वो डिसीज़न सोच समझ के लें। पर वो बच्चे जिनके ऑलरेडी पेपर हो चुके हैं, +2 हो चुकी थी, जो केसेस रिफ्यूज़ करवा चुके हैं, अपनी प्रोफाइल्स को रिफ्यूज़ करवा चुके हैं, और एक बार नहीं, एक से ज़्यादा, 2 बार, 3 बार, 4 बार। मतलब हैरान इसलिए हो रही हूँ। देखो, 100% सक्सेस रेशो नहीं होता किसी भी कंट्री का, पर मुझे ये नहीं समझ आ रहा कि जब हम किसी कंसल्टेंट के पास जाते हैं और अपना फ्यूचर किसी को दे रहे हैं, तो हम 4-5 चीज़ें क्यों नहीं चेक करते। रिफ्यूज़ल आ रहे हैं, उनके कारण, चलो एक है कि 1% सब अच्छा था, बट लकीली अनलकीली नहीं हो पाया, दैट इज़ अलग सिनेरियो। पर देखा, जैसे फॉर एग्जांपल अभी 2-3 दिन पहले एक स्टूडेंट मिला, 5 बार रिफ्यूज़ल है, उसको 5 बार में भी समझ नहीं आ रहा, हर बार एजेंट चेंज कर रहा है। +2 कॉमर्स किया है, एक एग्जांपल देना चाहूंगी आपको थोड़ा सा। +2 कॉमर्स किया है, ठीक है, बेसिक सब्जेक्ट्स है, मैथमेटिक्स नहीं करा है। मैं ਤੁਹਾਨੂੰ ਰੋਕਣਾ ਚਾਹੂੰਗਾ ਕਿਉਂਕਿ ਜਦੋਂ ਨੰਬਰ ਡਿਸਪਲੇ ਹੋ ਜਾਂਦੇ ਆ, ਬਹੁਤ ਸਾਰੇ ਲੋਕੀ ਜਿਹੜੇ ਕਾਲ ਕਰਨਾ ਸਟਾਰਟ ਕਰ ਦਿੰਦੇ ਨੇ, ਔਰ ਜਦੋਂ ਆਪਾਂ ਕਾਲ ਨਹੀਂ ਚੱਕੀਏ ਤਾਂ ਬਾਅਦ ਚ ਲੋਕੀ ਇਹ ਵੀ ਕਹਿੰਦੇ ਆ ਕਿ ਜੀ ਤੁਸੀਂ ਕਾਲ ਚੱਕਦੇ ਹੀ ਨਹੀਂ। ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਿਹੜੀ ਕਾਲ ਹੈ ਉਹ ਪਿਕ ਕਰ ਸਕਾਂ। ਹਾਂਜੀ, ਕਿੱਥੋਂ ਗੱਲ ਕਰ ਰਹੇ ਹੋ ਜੀ? ਸਰ ਜੀ, ਮੈਂ ਜਲੰਧਰ ਤੋਂ ਗੱਲ ਕਰ ਰਹੀ ਹਾਂ। ਹਾਂਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ? ਸਤਿ ਸ਼੍ਰੀ ਅਕਾਲ ਜੀ। ਸਰ, ਮੇਰੀ ਪ੍ਰੋਫਾਈਲ ਹੈ 2021 ਦੀ, 2021 ਦੀ ਤੁਹਾਡੀ ਪ੍ਰੋਫਾਈਲ ਹੈ ਜੀ। +2 ਕੀਤੀ ਹੋਈ ਹੈ 69% ਦੇ ਨਾਲ। 59 ਮੇਰੇ 69 ਠੀਕ ਹੈ ਜੀ। ਤੇ 6 ਈਚ ਬੈਂਡਸ ਨੇ ਮੇਰੇ, ਤੇ ਮੈਨੂੰ ਨਾ 2 ਰਿਫਿਊਜ਼ਲਸ ਆ ਗਈਆਂ ਸੀਗੀਆਂ।
ਜੀ ਤੇ ਮੈਂ ਹੁਣ ਕਨਫਿਊਜ਼ਨ ਦੇ ਵਿੱਚ ਆ ਕਿ ਮੈਨੂੰ ਥਰਡ ਟਾਈਮ ਅਪਲਾਈ ਕਰਨਾ ਚਾਹੀਦਾ ਆ ਕਿ ਨਹੀਂ ਚਾਂਸ ਲੈਣਾ ਚਾਹੀਦਾ। 2 ਵਾਰੀ ਆਲਰੇਡੀ ਤੁਸੀਂ ਰਿਫਿਊਜ਼ ਹੋ, 6 ਈਚ ਤੁਹਾਡੇ ਬੈਂਡ ਹੈਗੇ ਨੇ ਤੇ 2021 ਚ ਤੁਸੀਂ +2 ਕੀਤੀ ਹੋਈ ਹੈ, 69% ਤੁਹਾਡੇ ਨੰਬਰ ਨੇ। ਜੀ 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 ਸੁਣੋ ਜਿਹੜਾ ਥਰਡ ਚਾਂਸ ਲਵਾਂ ਕਿ ਨਾ ਲਵਾਂ, ਮੈਨੂੰ ਇਹ ਥੋੜਾ ਜਿਹਾ ਗਾਈਡ ਕਰ ਦਿਓ। ਜੀ ਜੀ ਮੰਜੂ ਮੈਡਮ, ਜਿਵੇਂ ਕਿ ਆਪਾਂ ਇਹ ਤਾਂ 3 ਰਿਫਿਊਜ਼ਲਾਂ ਦੀ ਗੱਲ ਕਰ ਰਹੇ ਹਾਂ, ਆਪਾਂ ਤਾਂ ਹੁਣ ਗੱਲ ਜਿਹੜੀ ਸ਼ੁਰੂ ਕੀਤੀ ਸੀ ਉਹ 5ਵੀਂ ਰਿਫਿਊਜ਼ਲ ਦੀ ਸੀਗੀ। ਤੁਸੀਂ ਦੱਸੋ ਹੁਣ ਪਹਿਲੇ 5ਵੀਂ ਵਾਲੀ ਗੱਲ ਨੂੰ ਤੁਸੀਂ ਕੰਟੀਨਿਊ ਕਰ ਲਓ, क्योंकि ये ਉਹਦੇ रिलेटेड ही क्वेश्चन है। हाँ, वही आ रही थी, अभी बीच में कॉल भी इस तरह का ही आ गया कि वो जो मैं 5 रिफ्यूजल वाले की बात कर रही हूँ, अब जैसे बात कर रही थी +2 कॉमर्स है, ओके, उसने मैथमेटिक्स नहीं पढ़ा, उसको मैथ्स नहीं आता, +2 में नहीं किया है, उसको कोर्स दे दिया बिजनेस इन फाइनेंस, ओके। अब बिजनेस इन फाइनेंस मतलब कोर्स ही मैच नहीं करता, बेसिकली मैथ नहीं करा, फाइनेंस बिना मैथमेटिक्स के कैसे हो जाएगा? तो वो नहीं समझ आ रहा कि ऑफर लेटर आ गया तो हमारा वीजा आ जाएगा। अब वो एक कोर्स का है, कहीं जगह पे SOP एडिट्स, मतलब एक SOP का कहीं से पैटर्न उठाया हुआ है, उसको बस मतलब मेरा नाम मंजू शर्मा है, उसको हटा के पूजा डाल दो, ABC डाल दो, स्टोरी किसी और की, SOP किसी और की, वो एडिट करना ही भूल गया। मतलब ऐसी ऐसी नॉनसेंस मिस्टेक्स देखी जा रही हैं कि मानोगे नहीं। अभी चलो मैं आपके साथ शेयर भी करूंगी, आप ऑफिस में आओगे, हमारे पास रेफरल्स के पास आते ही रिफ्यूजल केसेस हैं, फ्रेशर बच्चे थोड़े कम ही आते हैं, बार बार शो में हम वही बोलते हैं। ਆਪਾਂ ਕਹਿ ਸਕਦੇ ਹਾਂ ਕਿ ਰੈਪਲ ਐਸਸੀਡੀ ਲੋਕਾਂ ਨੇ ਇੱਕੋ ਸਮਝ ਲਿਆ ਹੋਇਆ ਕਿ ਪਹਿਲੇ ਜਦੋਂ +2 ਕਰੋਗੇ ਨਾ 6-7 ਬੈਂਡ ਆਣਗੇ ਤਾਂ ਜਾਣਾ ਨਹੀਂ ਹੈ, ਪਹਿਲੇ ਰਿਫਿਊਜ਼ਲ ਲਗਵਾਣੀ ਹੈ, ਉਸ ਤੋਂ ਬਾਅਦ ਰੈਫਲ ਐਸਸੀਡੀ ਜਾਣਾ ਹੈ। ਕਿਉਂਕਿ ਸੰਧੂ ਸਾਹਿਬ ਅਕਸਰ ਕਹਿੰਦੇ ਹੁੰਦੇ ਆ ਕਿ ਲੋਕਾਂ ਨੇ ਤਾਂ ਮੈਨੂੰ ਇਹ ਸਮਝ ਰੱਖਿਆ ਹੋਇਆ ਕਿ ਰਿਫਿਊਜ਼ਲ ਦਾ ਐਕਸਪਰਟ ਬੰਦਾ ਹੈ। ਮਤਲਬ ਅਗਰ ਰੈਫਲ ਦੀ ਗੱਲ ਕਰੀਏ ਤਾਂ ਇੱਕ ਕੰਪਨੀ ਇਹੋ ਜੀ ਤੁਸੀਂ ਆਪਣੇ ਦਿਮਾਗ 'ਚ ਬਣਾ ਚੁੱਕੇ ਹੋ ਕਿ ਰਿਫਿਊਜ਼ਲ ਜੇ ਆ ਗਈ ਹੈ ਤਾਂ ਹੁਣ ਵੀਜ਼ਾ ਜੇ ਆ ਸਕਦਾ ਤਾਂ ਸਿਰਫ ਰੈਫਲ ਐਸਸੀਡੀ ਲੈ ਕੇ ਦੇ ਸਕਦਾ। हाँ, पर ऐसा नहीं है, मतलब रेफरल्स फ्रेश भी बच्चों को भी लेता है, ऐसा नहीं है। सो कंसर्न वो है कि सेमिनार बोल दो या कोई भी वर्ड बोलो, ये 1-on-1 मैं मिलना चाहूंगी हर बच्चे को, तो वी रिक्वेस्ट की जितना भी हम मिलेंगे एक बार डिस्कस करेंगे। जैसे अभी ये बीच में कॉल आई कि 2 बार रिफ्यूजल है, 2021 का पास आउट है, बच्ची पास आउट है, 69% स्कोर है, बैंड भी 6 है, 6 ईच है, रिफ्यूजल का कहीं बन नहीं रहा क्योंकि वीजा ऑफिसर की जो रिक्वायरमेंट है, जो हाई कमीशन की रिक्वायरमेंट है, वो बच्चा पूरा मीट कर रहा है। अब ये नहीं पता, अब इसका देखना पड़ेगा कि जब फर्स्ट टाइम फाइल लगाई थी किस तरह से लगाई थी, सेम प्रोफाइल थी, आईलेट सेम था, क्या लगाया है, SOP में क्या लगाया, वो फाइल डिस्कस करके ही मैं आपको गाइड कर पाऊंगी बच्चे कि आप सेम कंट्री में अप्लाई कर सकते हो कि नहीं। क्योंकि एक बारी अंदर हिस्ट्री चलेगी, वो अंदर ही रहती है एम्बेसी में, तो अब उसके हिसाब से डिसाइड होगा कि हम सेम कंट्री में रीलॉन्च करेंगे या हमें कंट्री चेंज करनी पड़ेगी। बिल्कुल। ਹੁਣ ਦੇਖੇ ਮੈਡਮ +2 ਦੇ ਰਿਜ਼ਲਟ ਪੇਪਰ ਜਿਹੜੇ ਨੇ ਆਲਮੋਸਟ ਜਿਹੜੇ ਹੋ ਚੁੱਕੇ ਨੇ ਜਾਂ ਚੱਲ ਰਹੇ ਨੇ, ਔਰ ਸਭ ਤੋਂ ਵੱਡੀ ਗੱਲ ਕਿ ਹੁਣ ਬੱਚੇ ਨੇ +2 ਕਰਕੇ ਨਿਕਲਣਾ ਹੈ ਤਾਂ ਸਾਰੇ ਕੰਸਲਟੈਂਟਾਂ ਨੇ ਆਪਣੀ ਭਰ ਕੇ ਐਡ ਦੇਣੀ ਸ਼ੁਰੂ ਕਰ ਦਿੱਤੀ ਹੈ। ਹਾਂ, ਮਤਲਬ ਉਹ ਕਹਿੰਦੇ ਆ ਕਿ ਸੈਮੀਨਾਰ ਵੀ ਲਗਾਣੇ ਆ, ਔਰ ਕੋਸ਼ਿਸ਼ ਹੁੰਦੀ ਹੈ ਹਰ ਕੰਸਲਟੈਂਟ ਦੀ ਕਿ ਮੈਂ ਹੀ ਕਿਉਂ ਨਾ ਹਰ ਪਾਸੇ ਦਿਖਾਂ। ਸਭ ਤੋਂ ਵੱਡੀ ਗੱਲ ਕਿ ਬੜੀ ਐਡ ਜਿਹੜੀ ਚੱਲਦੀਆਂ ਨੇ ਉਹਨਾਂ ਨੂੰ ਦੇਖ ਕੇ ਲੋਕ ਗੁੰਮਰਾਹ ਵੀ ਹੁੰਦੇ ਨੇ, ਔਰ ਬੜੇ ਮਤਲਬ ਜਿਹੜੇ ਚਾਂਸਸ ਹੁੰਦੇ ਨੇ ਕਿ ਉਹ ਐਡ ਦੇਖ ਕੇ ਤੁਸੀਂ ਉਹਨਾਂ ਦੇ ਆਫਿਸ ਵਿਜ਼ਿਟ ਕਰਦੇ ਹੋ। ਉਸ ਤੋਂ ਬਾਅਦ ਜਿਹੜਾ ਜਿਹਾ ਸਿਲਸਿਲਾ ਸ਼ੁਰੂ ਹੁੰਦਾ ਹੈ, ਇੱਕ ਤਾਂ ਤੁਹਾਡੇ ਜਿਹੜਾ ਅੱਛਾ ਖਾਸਾ ਪ੍ਰੋਫਾਈਲ ਹੁੰਦਾ ਬੱਚੇ ਦਾ ਉਹਨੂੰ ਤੁਸੀਂ ਖਰਾਬ ਕਰ ਲੈਂਦੇ ਹੋ। ਉਸ ਤੋਂ ਬਾਅਦ ਅਗਰ ਕੋਈ ਤੁਹਾਨੂੰ ਇਹ ਵੀ ਕਹਿ ਦਿੰਦਾ ਕਿ ਜੀ ਸਾਡੇ 5 ਬੈਂਡ ਨਾਲ ਵੀ ਜਾਂ 5 ਬੈਂਡ ਨਾਲ ਵੀ ਅਸੀਂ ਕੈਨੇਡਾ ਦਾ ਵੀਜ਼ਾ ਲਗਾ ਦਾਂਗੇ, ਤੁਸੀਂ ਸੋਚਦੇ ਹੋ ਕਿ ਠੀਕ ਹੈ ਅਸੀਂ ਕਾਹਨੂੰ ਦੁਬਾਰਾ ਆਈਲੈਟਸ ਅਪਲਾਈ ਕਰਨੀ ਹੈ ਜਾਂ ਆਈਲੈਟਸ ਕਾਹਨੂੰ ਕਰਨੀ ਹੈ, ਇੱਕ ਵਾਰੀ 31 ਤਾਂ ਹੋਈ ਹੈ, ਹੁਣ ਆਪਾਂ 5.5 ਜਾਂ 5.5 ਨਾਲ ਹੀ ਅਪਲਾਈ ਕਰ ਲੈਂਦੇ ਹਾਂ, ਔਰ ਉਸ ਤੋਂ ਬਾਅਦ ਜੋ ਹੁੰਦਾ ਉਹ ਤੁਹਾਡੇ ਸਾਹਮਣੇ ਹੁੰਦਾ ਸਾਰਿਆਂ ਦੇ। ਲੇਕਿਨ ਫਿਰ ਵੀ ਰੈਫਲ ਐਸਸੀਡੀ ਦੇ ਮੰਚ ਤੋਂ ਗੁਜ਼ਾਰਿਸ਼ ਹੈ ਕਿ ਤੁਸੀਂ ਰਿਫਿਊਜ਼ਲ ਤੋਂ ਪਹਿਲੇ ਹੀ ਆ ਜਾਇਆ ਕਰੋ। ਇਹ ਨਹੀਂ ਹੈ ਕਿ 5 ਰਿਫਿਊਜ਼ਲ ਲਗਾ ਲਈਆਂ ਉਸ ਤੋਂ ਬਾਅਦ ਰੈਫਲ ਐਸਸੀਡੀ ਜਾਣਾ ਹੈ। ਤੁਸੀਂ ਜਦੋਂ ਤੁਹਾਡਾ ਬੱਚਾ +2 ਕਰਕੇ ਨਿਕਲਦਾ ਹੈ, ਇੱਕ ਵਾਰੀ ਜਿਹੜਾ ਜਿਹਾ ਸਿਰਫ ਆਪਾਂ ਇਹੀ ਕਹਿੰਦੇ ਆ ਕਿ ਮਰਜ਼ੀ ਹੈ ਤੁਹਾਡੀ, ਅਪਲਾਈ ਕਰਨਾ ਨਹੀਂ ਕਰਨਾ, ਲੇਕਿਨ ਇੱਕ ਵਾਰੀ ਵਿਜ਼ਿਟ ਕਰਨ 'ਚ ਕੀ ਜਾਂਦਾ ਹੈ। ਸਭ ਤੋਂ ਤੁਸੀਂ ਆਲਰੇਡੀ ਇੰਨੀ ਦੂਰੋਂ ਜਿਹੜਾ ਜਿੰਨੀ ਦੂਰ ਬੱਚਾ ਆਪਣਾ ਕੈਨੇਡਾ ਵਰਗੀ ਕੰਟਰੀ 'ਚ ਭੇਜਣਾ ਹੈ ਉਹ ਤਾਂ ਹਜ਼ਾਰਾਂ ਕਿਲੋਮੀਟਰ ਦੂਰ ਪਿਆ। ਰੈਫਲ ਐਸਸੀਡੀ ਦਾ ਤਾਂ ਤੁਹਾਡਾ ਆਫਿਸ ਹੀ ਜਿਹੜਾ ਜਿਹਾ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹੈਗੇ ਨੇ, ਉਹ ਤੋਂ ਮੈਂਸ਼ਨ ਵੀ ਆਪਾਂ ਕਰ ਰਹੇ ਹਾਂ। ਚੰਡੀਗੜ੍ਹ ਆਫਿਸ ਤੁਸੀਂ ਵਿਜ਼ਿਟ ਕਰਦੇ ਹੋ, ਅੰਮ੍ਰਿਤਸਰ ਆਫਿਸ ਵਿਜ਼ਿਟ ਕਰ ਸਕਦੇ ਹੋ, ਲੁਧਿਆਣਾ ਆਫਿਸ ਵਿਜ਼ਿਟ ਕਰ ਸਕਦੇ ਹੋ। ਔਰ ਸਭ ਤੋਂ ਵੱਡੀ ਗੱਲ ਫਿਰ ਵੀ ਇਹ ਕਹਿ ਰਿਹਾ ਮੈਂ ਕਿ ਅਗਰ ਕੈਨੇਡਾ ਦੇ ਵਿੱਚ ਵੀ ਕਿਸੇ ਨੂੰ ਕੋਈ ਲੋੜ ਹੈ ਤਾਂ ਰੈਫਲ ਐਸਸੀਡੀ ਤੁਹਾਡੀ ਮਦਦ ਲਈ ਉੱਥੇ ਵੀ ਬੈਠਾ ਹੋਇਆ ਹੈ। ਮੈਨੂੰ ਹੁਣ +2 ਕਰਕੇ ਬੱਚੇ ਨਾਲ ਨਿਕਲਣਾ ਸਾਰੇ ਕੰਸਲਟੈਂਟਾਂ ਦੀ ਜਿਹੜੀ ਨਜ਼ਰ ਜਿਹੜੀ ਹੈ ਉਹਨਾਂ ਬੱਚਿਆਂ ਦੇ ਉੱਪਰ ਹੈਗੀ है, और लोगों ने एड्स देना शुरू करती हैं। राइट, किन गल्लां ध्यान बड़ी एड्स देख के क्या करना चाहिए बच्चे को, बच्चे पेरेंट्स को? देखो जो जैसे आप कह रहे हो, रिकी जी कह रहे हैं कि अभी पेपर खत्म होने वाले हैं, एग्जाम खत्म होने वाले हैं, सीजन हम बोलते हैं हमारा सीजन आने वाला है। मतलब कोई ये एप्पल वाला सीजन तो है नहीं कि अच्छा बर्फ पड़ गई अब एप्पल सीजन आने वाला है, ये वो सीजन नहीं होता, आपका फ्यूचर है। देखो मैं ये नहीं कह रही कि मार्केट में सारे ही कंसल्टेंट खराब हैं, कुछ परसेंटेज ठीक भी है बट वो कम है, वो परसेंटेज कम है। जाओ
आप इंडिया है, डेमोक्रेटिक कंट्री है, सबको राइट है सब जगह जाने पर, अपने हिसाब से आप डिसीजन लो। बट एक रिक्वेस्ट है कि आप ऑफिस में जाके अपना जो फर्स्ट टाइम प्रोफाइल होता है बस इतना ध्यान रखो कि जो कनाडा हो चाहे ऑस्ट्रेलिया, अमेरिका, जो भी कंट्री है, देखो हर कंट्री ओपन है, हर कॉलेज, हर प्रोफाइल ओपन है। डिपेंड करता है सामने वाले की आपकी प्रोफाइल क्या है, क्या आपके 69% है, आपको ये कॉलेज मिलेगा नहीं मिलेगा, ठीक है। सो ध्यान ये रखना है कि बेसिकली पता है हमें कि 6 बैंड 6 ईच चाहिए हमें। अब जा रहे हैं जी, एक मॉड्यूल में मैम 4 बार कर लिया, 5 बार कर लिया, नहीं बैंड आ रहा है, एक में 5.5 रह रहा है, 2 में 5.5 रह रहा है, तो नहीं है, या तो इम्प्रूव करो या फिर कंट्री को चेंज करो, क्योंकि कनाडा आपको बोल रहा है हमें नहीं चाहिए 5.5 से 3 मॉड्यूल, बट कोई कॉलेज आपको एडमिशन दे रहा है। अब अगेन वही बात आ गई, कॉलेज ने सिर्फ एडमिशन देना है, कॉलेज में आपसे कॉलेज और वीजा का कोई कंसर्न नहीं है। कॉलेज की एंट्री क्राइटेरिया अलग है, वीजा ऑफिसर की एंट्री क्राइटेरिया अलग है, वही हमें समझ नहीं आता। हमें लगता है एक वो ऑफर लेटर आ गया तो अब हम जाएंगे, तो प्रोसेस हो गया। सो एक चीज बहुत ध्यान में रखनी है, परसेंटेज है चलो 54 55 वो डिपेंड करता है इंडिविजुअल, वो हो जाता है, वो हम एसओपी में कवर अप करते हैं, बट मेजरली आइल्स पे ध्यान रखो, ठीक है। और हर कंट्री, यूएसए है उसकी अलग रिक्वायरमेंट है, वहाँ फंड्स चाहिए, कनाडा में आपको फंड्स नहीं चाहिए, न्यूजीलैंड है उसमें फंड्स चाहिए, कहीं पे 6 महीने पुराने चाहिए। सो अलग अलग कंट्री का क्राइटेरिया समझो कि एंट्री क्राइटेरिया है क्या, और क्या हम उस आपको वैसे रियलाइज हो जाएगा कि मैं इस कंट्री के लिए एलिजिबल हूँ या नहीं हूँ।